ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਇਸ ਦਿਨ ਦੇ ਵਿੱਚ ਪਰਮੇਸ਼ਰ ਦਾ ਬਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ, ਤੇਰੀ ਉਸਤਤ ਕਰਦੇ ਹਾਂ। ਤੂੰ ਰਾਜਿਆਂ ਦਾ ਰਾਜਾ ਹੈ, ਪ੍ਰਭੂਆਂ ਦਾ ਪ੍ਰਭੂ, ਸਰਵ ਸ਼ਕਤੀਮਾਨ, ਸਰਵ ਵਿਆਪੀ, ਸਰਵੱਗਿਆ ਪਰਮੇਸ਼ਰ ਹੈ। ਤੂੰ ਸਾਨੂੰ ਕਦੇ ਛੱਡਦਾ ਨਹੀਂ, ਕਦੇ ਤਿਆਗਦਾ ਨਹੀਂ, ਹਮੇਸ਼ਾ ਸਾਡੇ ਨਾਲ ਭਲਾ ਕਰਨ ਦੇ ਲਈ ਸਾਨੂੰ ਨਿਤ ਪ੍ਰਤੀ ਦਿਨ ਆਪਣੇ ਵਿੱਚ ਜੈਵੰਤ ਕਰਦਾ ਹੈ। ਅੱਜ ਦੇ ਵਚਨ ਨੂੰ ਸਾਨੂੰ ਸਮਝਣ ਅਤੇ ਸੁਣਨ ਅਤੇ ਉਸ ਦੀ ਆਤਮਿਕਤਾ ਦੇ ਵਿੱਚ ਅੱਗੇ ਵਧਣ ਦੇ ਲਈ ਸਾਡੀ ਮਦਦ ਕਰ, ਤਾਂ ਕਿ ਪਰਮੇਸ਼ਰ ਪਿਤਾ ਤੇਰਾ ਜੀਵਨ ਸਾਡੇ ਵਿੱਚ ਭਰ ਜਾਵੇ ਔਰ ਸਾਡਾ ਜੀਵਨ ਤੇਰੇ ਵਿੱਚ ਪਰਮੇਸ਼ਰ ਪਿਤਾ ਬਲੀਨ ਹੋ ਕੇ ਇਸ ਸੰਸਾਰਿਕਤਾ ਤੋਂ ਪਰਮੇਸ਼ਰ ਪਿਤਾ ਪੂਰੀ ਤਰ੍ਹਾਂ ਨਾਲ ਪਰਮੇਸ਼ਰ ਪਿਤਾ ਦੂਰ ਹੋ ਜਾਵੇ। ਤੇਰਾ ਵਧਣਾ ਸਾਡੇ ਵਿੱਚ ਆਸ਼ੀਸ਼ ਦਾ ਕਾਰਨ ਹੈ। ਅਜਿਹਾ ਹੋਣ ਦੇ ਲਈ ਮਦਦ ਕਰ, ਮੰਗਦੇ ਹਾਂ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ, ਆਮੀਨ। ਪਿਆਰੇ ਅਜ਼ੀਜ਼, ਅੱਜ ਦਾ ਜੋ ਵਚਨ ਦਾ ਮੈਂ ਭਾਗ ਲਿਆ ਹੈ ਉਹ ਲਿਆ ਹੈ ਰਸੂਲਾਂ ਦੇ ਕਰਤੱਵ, ਉਸ ਦਾ 12 ਅਧਿਆਇ, ਉਸ ਦੀ 24 ਆਇਤ ਦੇ ਵਿੱਚੋਂ। ਇੱਥੇ ਇਸ ਤਰ੍ਹਾਂ ਲਿਖਿਆ ਹੈ, ਪਰ ਪਰਮੇਸ਼ਵਰ ਦਾ ਵਚਨ ਵੱਧਦਾ ਅਤੇ ਫੈਲਦਾ ਗਿਆ। ਅਸੀਂ ਰਸੂਲਾਂ ਦੇ ਕਰਤੱਵ ਦੀ ਕਿਤਾਬ ਪੜ੍ਹਦੇ ਹਾਂ ਤਾਂ ਇਸ ਵਿੱਚ ਜਿਵੇਂ ਜਿਵੇਂ ਪਰਮੇਸ਼ਵਰ ਦੇ ਲੋਕਾਂ ਦੇ ਉੱਤੇ ਸਤਾਵ ਹੋਇਆ, ਜਿਵੇਂ ਜਿਵੇਂ ਪਰਮੇਸ਼ਵਰ ਦੇ ਲੋਕਾਂ ਨੂੰ ਇਸ ਸੰਸਾਰ ਨੇ ਨਾਸ਼ ਕਰਨ ਦੀ ਕੋਸ਼ਿਸ਼ ਕੀਤੀ, ਤਿਵੇਂ ਤਿਵੇਂ ਇਹ ਵਚਨ ਵੱਧਦਾ ਅਤੇ ਫੈਲਦਾ ਗਿਆ। ਮੇਰਾ ਜੋ ਧਿਆਨ ਹੈ ਅੱਜ ਦੇ ਇਸ ਵਿਸ਼ੇ ਦੇ ਵਿੱਚ ਪਰਮੇਸ਼ਵਰ ਦਾ ਵਚਨ। ਪਰਮੇਸ਼ਰ ਦੇ ਵਚਨ ਨੂੰ ਅਸੀਂ ਦੂਸਰੀ ਭਾਸ਼ਾ ਦੇ ਵਿੱਚ ਵੇਖੀਏ ਤਾਂ ਇਸ ਨੂੰ ਪਰਮੇਸ਼ਰ ਦਾ ਬੀਜ ਵੀ ਕਿਹਾ ਗਿਆ ਹੈ। ਪਰਮੇਸ਼ਰ ਦਾ ਬੀਜ। ਉਸ ਦੇ ਲਈ ਮੈਂ ਆਪ ਦੇ ਲਈ ਇੱਕ ਵਚਨ ਪੜ੍ਹ ਰਿਹਾ ਹਾਂ। ਲੂਕਾ ਰਚੀ ਸੁਸਮਾਚਾਰ, ਉਸ ਦੇ 8 ਅਧਿਆਇ, ਉਸ ਦੀ 11 ਵਚਨ ਦੇ ਵਿੱਚ ਇਹ ਗੱਲ ਪ੍ਰਭੂ ਯਿਸੂ ਮਸੀਹ ਜੀ ਨੇ ਸਾਫ਼ ਰੀਤੀ ਨਾਲ ਮੇਰੇ ਅਤੇ ਆਪ ਦੇ ਸਮਝਣ ਦੇ ਲਈ ਆਖੀ ਹੈ। ਪਰਮੇਸ਼ਰ ਦਾ ਵਚਨ ਜੋ ਹੈ ਉਹ ਪਰਮੇਸ਼ਰ ਦਾ ਬੀਜ ਹੈ। ਇੱਥੇ ਲਿਖਿਆ ਹੋਇਆ ਹੈ ਅਤੇ ਇਹ ਦ੍ਰਿਸ਼ਟਾਂਤ ਆਇਓ ਹੈ ਕਿ ਬੀਜ ਪਰਮੇਸ਼ਰ ਦਾ ਵਚਨ ਹੈ। ਬੀਜ ਪਰਮੇਸ਼ਰ ਦਾ ਵਚਨ ਹੈ। ਮੇਰੇ ਪਿਆਰੇ ਅਜ਼ੀਜ਼, ਮੈਂ ਅਤੇ ਆਪ ਪਰਮੇਸ਼ਵਰ ਦੇ ਬੀਜ ਤੋਂ ਪੈਦਾ ਹੋਏ ਆ, ਇਸ ਗੱਲ ਨੂੰ ਸਮਝਣਾ ਹੈ। ਔਰ ਜਿਹੜਾ ਪਰਮੇਸ਼ਵਰ ਦੇ ਬੀਜ ਤੋਂ ਪੈਦਾ ਹੋਇਆ ਹੈ ਉਹ ਵੱਧਦਾ ਹੈ ਅਤੇ ਫੈਲਦਾ ਹੈ, ਅਤੇ ਜਿਹੜਾ ਵੱਧਦਾ ਹੈ ਅਤੇ ਫੈਲਦਾ ਹੈ ਅਤੇ ਉਸ ਵਿੱਚ ਫਲ ਲੱਗਦੇ ਆ, ਉਹਦੀ ਪ੍ਰਸ਼ੰਸਾ ਹੁੰਦੀ ਹੈ, ਉਹਦੀ ਵਡਿਆਈ ਹੁੰਦੀ ਹੈ ਤੇ ਉਹੀ ਸਰਾਇਆ ਜਾਵੇਗਾ। ਹੁਣ ਸਵਾਲ ਇਹ ਹੈ, ਜਿਹੜਾ ਪਰਮੇਸ਼ਰ ਦਾ ਵਚਨ ਅਤੇ ਬੀਜ ਫੈਲਦਾ ਜਾਂਦਾ ਹੈ, ਕੀ ਉਹ ਮੇਰੇ ਅਤੇ ਆਪ ਦੇ ਅੰਦਰ ਹੈ? ਕੀ ਮੈਂ ਇਸ ਗੱਲ ਨੂੰ ਆਪਣੇ ਵਿੱਚ ਯਕੀਨ ਕਰਦਾ ਹਾਂ ਕਿ ਉਹ ਮੇਰੇ ਵਿੱਚ ਹੈ ਜਾਂ ਨਹੀਂ? ਕੀ ਮੈਂ ਉਸ ਬੀਜ ਨੂੰ ਆਪਣੇ ਵਿੱਚ ਐਕਸੈਪਟ ਕੀਤਾ ਹੈ? ਨਹੀਂ। ਬਾਈਬਲ ਦੇ ਵਿੱਚ ਲਿਖਿਆ ਹੈ ਕਿ ਇੱਕ ਬੀਜ ਬੀਜਣ ਵਾਲਾ ਨਿਕਲਿਆ, ਉਹਨੇ ਬੀਜ ਬੀਜਿਆ, ਉਹਨੇ ਪਰਮੇਸ਼ਰ ਦਾ ਵਚਨ ਬੀਜਿਆ। ਕਿ ਉਹ ਪਰਮੇਸ਼ਰ ਦਾ ਵਚਨ ਜਿਹੜਾ ਹੈ ਉਹ ਮੇਰੇ ਵਿੱਚ ਕੰਮ ਕਰ ਰਿਹਾ ਹੈ ਜਾਂ ਨਹੀਂ? ਪਤਰਸ ਇਸ ਗੱਲ ਨੂੰ ਬੜੇ ਸਾਫ਼ ਰੀਤੀ ਨਾਲ ਮੈਨੂੰ ਅਤੇ ਆਪ ਨੂੰ ਸਮਝਾਉਂਦਾ ਹੈ। ਜਦੋਂ ਮੈਂ ਪਹਿਲਾ ਪਤਰਸ ਉਸ ਦੀ 1 ਅਧਿਆਇ, ਉਸ ਦੀ 23 ਆਇਤ ਦੇ ਉੱਤੇ ਧਿਆਨ ਕਰਦਾ ਹਾਂ ਤਾਂ ਪਤਰਸ ਦਾ ਇਹ ਜਿਹੜਾ ਵਚਨ ਹੈ ਮੈਨੂੰ ਸਮਝਣ ਅਤੇ ਸੋਚਣ ਦੇ ਲਈ ਮਜਬੂਰ ਕਰਦਾ ਹੈ। ਇੱਥੇ ਲਿਖਿਆ ਹੈ 1:23 ਦੇ ਵਿੱਚ, ਕਿਉਂ ਜੋ ਤੁਸੀਂ ਨਾਸ਼ਵਾਨ ਤੁਖਮ ਤੋਂ ਨਹੀਂ ਸਗੋਂ ਅਵਿਨਾਸ਼ੀ ਤੋਂ ਪਰਮੇਸ਼ਰ ਦੇ ਵਚਨ ਦੇ ਰਾਹੀਂ ਜਿਹੜਾ ਜਿਉਂਦਾ ਹੈ ਅਤੇ ਸਥਿਰ ਹੈ, ਨਵੇਂ ਸਿਰਿਓਂ ਜੰਮਿਓ। ਜੇ ਤੁਸੀਂ ਸੋਚ ਰਹੇ ਹੋ ਮੈਂ ਵੱਧ ਰਿਹਾ ਹਾਂ,
ਮੇਰੇ ਵਿੱਚ ਪਰਮੇਸ਼ਰ ਦੇ ਫਲ ਆ ਰਹੇ ਆ ਔਰ ਉਹਨਾਂ ਫਲਾਂ ਦੇ ਰਾਹੀਂ ਪਰਮੇਸ਼ਰ ਦੀ ਮੇਰੇ ਜੀਵਨ ਦੇ ਵਿੱਚ ਮਹਿਮਾ ਹੋ ਰਹੀ ਹੈ, ਤਾਂ ਮੈਂ ਸਮਝਾਂਗਾ ਅਤੇ ਤੁਸੀਂ ਆਪਣੇ ਆਪ ਦੇ ਵਿੱਚ ਜਾਣ ਲਓਗੇ ਕਿ ਮੇਰੇ ਵਿੱਚ ਪਰਮੇਸ਼ਰ ਦਾ ਬੀਜ ਹੈ। ਔਰ ਮੈਂ ਇਹ ਸਮਝਦਾ ਹਾਂ, ਜਦੋਂ ਪਰਮੇਸ਼ਰ ਪੁੱਤਰ ਨੇ ਅੰਗੂਰ ਦੀ ਬੇਲ ਦਾ ਦ੍ਰਿਸ਼ਟਾਂਤ ਦਿੱਤਾ, ਉਹਨੇ ਕਿਹਾ ਮੈਂ ਅੰਗੂਰ ਦੀ ਵੇਲ ਹਾਂ, ਤੁਸੀਂ ਟਾਹਣੀਆਂ ਹੋ, ਅਤੇ ਜੇ ਉਹ ਅੰਗੂਰ ਦੀ ਵੇਲ ਫਲ ਨਾ ਦੇਵੇ ਤਾਂ ਕਿਸਾਨ ਉਹਨੂੰ ਵੱਢ ਸੁੱਟਦਾ ਹੈ, ਜੇ ਫਲ ਦੇਵੇ ਤਾਂ ਉਸ ਨੂੰ ਪਾਲਦਾ ਤੇ ਪੋਸਦਾ ਹੈ। ਇਹਦਾ ਮਤਲਬ ਫੈਲਦੀ ਹੈ, ਔਰ ਫੈਲਣ ਦੇ ਲਈ ਉਹਦੀ ਕਟਾਈ ਛਟਾਈ ਸਭ ਕੁਝ ਹੁੰਦਾ ਹੈ। ਇਹ ਦੇਖਣਾ ਹੈ ਕਿ ਮੇਰੇ ਵਿੱਚ ਪਰਮੇਸ਼ਵਰ ਦਾ ਬੀਜ ਹੈ ਜਾਂ ਨਹੀਂ। ਜੇ ਬੀਜ ਹੈ ਤਾਂ ਬਾਣੀ ਦੇ ਵਿੱਚ ਇੱਕ ਗੱਲ ਜ਼ਰੂਰ ਲਿਖੀ ਹੈ, ਮੈਂ ਉਹ ਵੀ ਆਪ ਦੇ ਲਈ ਪੜਾਂਗਾ, ਜਿਸ ਵਚਨ ਨੂੰ ਪਰਮੇਸ਼ਵਰ ਦੇ ਵਚਨ ਦੇ ਵਿੱਚ ਲਿਖਿਆ, ਯਹੋਨਾ ਦੀ ਅੰਜੀਲ ਉਸ ਦਾ 12 ਅਧਿਆਇ ਉਸ ਦੀ 23 ਤੋਂ 25 ਦੇ ਵਿੱਚ ਪਰਮੇਸ਼ਰ ਨੇ ਬੀਜ ਦਾ ਇੱਕ ਬੜਾ ਸੁੰਦਰ ਦ੍ਰਿਸ਼ਟਾਂਤ ਸਾਫ਼ ਰੀਤੀ ਨਾਲ ਆਪਣੇ ਚੇਲਿਆਂ ਨੂੰ ਦਿੱਤਾ। ਇੱਥੇ ਲਿਖਿਆ ਹੈ, ਕਹਿੰਦਾ ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ, ਜੋ ਕਣਕ ਦਾ ਦਾਣਾ ਜ਼ਮੀਨ ਵਿੱਚ ਪੈ ਕੇ ਨਾ ਮਰੇ ਤਾਂ ਉਹ ਇਕੱਲਾ ਹੀ ਰਹਿੰਦਾ ਹੈ, ਨਾ ਮਰੇ ਤਾਂ ਇਕੱਲਾ ਹੀ ਰਹਿੰਦਾ ਹੈ। ਪਰ ਅੱਗੇ ਜਾ ਕੇ ਉਹ ਲਿਖਦਾ ਹੈ, ਰਹਿੰਦਾ ਹੈ, ਇਕੱਲਾ ਹੀ ਰਹਿੰਦਾ, ਪਰ ਜੇ ਮਰੇ ਤਾਂ ਬਹੁਤ ਫਲ, ਮਤਲਬ ਕੋਈ ਫਲ ਦਿੰਦਾ ਹੈ। ਇਹਦੇ ਵਿੱਚ ਪਰਮੇਸ਼ਰ ਪੁੱਤਰ ਦਾ, ਮੈਂ ਅੱਗੇ ਵੀ ਇਸ ਨੂੰ ਥੋੜਾ ਜਿਹਾ ਪੜ੍ਹ ਦੇਵਾਂ ਤਾਂ ਕਿ ਸਮਝ ਆ ਜਾਏ। ਕਹਿੰਦਾ ਜਿਹੜਾ ਆਪਣੀ ਜਾਨ ਨਾਲ ਹਿੱਤ ਕਰਦਾ ਹੈ ਉਹ ਉਸ ਨੂੰ ਗਵਾਉਂਦਾ ਹੈ, ਅਤੇ ਜਿਹੜਾ ਇਸ ਜਗਤ ਵਿੱਚ ਆਪਣੀ ਜਾਨ ਨਾਲ ਬੈਰ ਰੱਖਦਾ ਅਤੇ ਸਦੀਪਕ ਜਿਉਣ ਤਾਈਂ ਉਹਦੀ ਰੱਖਿਆ ਕਰੇਗਾ। ਇੱਥੇ ਇੱਕ ਭੇਤ ਛੁਪਿਆ ਹੋਇਆ ਹੈ। ਪਰਮੇਸ਼ਵਰ ਦਾ ਵਚਨ ਜਦੋਂ ਮੇਰੇ ਵਿੱਚ ਜਾਂਦਾ ਹੈ ਤਾਂ ਉਹ ਆਤਮਿਕਤਾ ਦੇ ਲਈ, ਸਵਰਗ ਦੇ ਰਾਜ ਲਈ ਮੈਨੂੰ ਜੀਵੰਤ ਕਰਦਾ ਹੈ, ਜੀਵੰਤ ਕਰਦਾ ਹੈ। ਸੰਸਾਰ ਦੇ ਲਈ ਮੈਂ ਮਰਨਾ ਸ਼ੁਰੂ ਹੋ ਜਾਂਦਾ ਹਾਂ, ਸੰਸਾਰ ਦੀਆਂ ਗੱਲਾਂ ਦੇ ਲਈ ਮੈਂ ਦਫਨ ਹੋਣਾ ਸ਼ੁਰੂ ਹੋ ਜਾਂਦਾ ਹਾਂ, ਸੰਸਾਰ ਦੇ ਵਿਚਾਰਾਂ ਦੇ ਲਈ ਮੈਂ ਮੁੱਕ ਜਾਂਦਾ ਹਾਂ, ਤੇ ਫਿਰ ਮੈਂ ਜਿਉਂਦਾ ਕਿਹਦੇ ਲਈ? ਆਤਮਿਕਤਾ ਦੇ ਲਈ। ਇਹ ਦੇਖਣਾ ਹੈ, ਜੇ ਪਰਮੇਸ਼ਰ ਦਾ ਬੀਜ ਮੇਰੇ ਵਿੱਚ ਗਿਆ ਹੈ, ਮੇਰੇ ਵਿੱਚ ਗਿਆ, ਇਹਦਾ ਮਤਲਬ ਮੈਂ ਮਰ ਗਿਆ। ਪੌਲਸ ਇਹੀ ਕਹਿੰਦਾ, ਹੁਣ ਮੈਂ ਜਿਉਂਦਾ ਨਹੀਂ, ਹੁਣ ਮੇਰੇ ਵਿੱਚ ਮਸੀਹ ਯਿਸੂ ਜਿੰਦਾ। ਇਹਦਾ ਮਤਲਬ ਪਰਮੇਸ਼ਵਰ ਦਾ ਬੀਜ ਯਿਸੂ ਮਸੀਹ ਜਿਹੜਾ ਕਲਵਰੀ ਕਰੂਸ ਦੇ ਉੱਤੇ ਮਾਰਿਆ ਗਿਆ, ਉਹ ਇਸ ਲਈ ਮਾਰਿਆ ਗਿਆ ਕਿ ਮੈਂ ਪਾਪ ਦੇ ਲਈ ਮਰ ਗਿਆ। ਰੋਮੀਆਂ ਦੀ ਪੁਸਤਕ ਦੇ ਵਿੱਚ ਇਹੀ ਕਹਿੰਦਾ 6 ਅਧਿਆਇ ਦੇ ਵਿੱਚ, ਅਸੀਂ ਮਰ ਗਏ, ਪਾਪ ਦੇ ਲਈ ਮਰ ਗਏ। ਹੁਣ ਮਸੀਹ ਯਿਸੂ ਵਿੱਚ ਅਸੀਂ ਉਹਦੇ ਨਾਲ ਜਦੋਂ ਬਪਤਿਸਮੇ ਦੇ ਵਿੱਚ ਬਾਹਰ ਆਉਂਦੇ ਹਾਂ ਤੇ ਜੀ ਉੱਠੇ। ਇਹ ਜੋ ਪਤਰਸ ਗੱਲ ਕਰਦਾ ਹੈ ਕਿ ਤੁਸੀਂ ਅਬਨਾਸ਼ੀ ਬੀਜ ਦੇ ਨਾਲ ਜੀਵੰਤ ਹੋਏ ਹੋ, ਉਹ ਬੀਜ ਯਿਸੂ ਮਸੀਹ ਹੈ। ਪਰਮੇਸ਼ਰ ਦਾ ਬੀਜ ਮੇਰੇ ਵਿੱਚ ਹੈ ਜਾਂ ਨਹੀਂ, ਮੈਂ ਦੇਖਣਾ ਹੈ। ਬਚਨ ਬੀਜ ਹੈ, ਬਚਨ ਪਰਮੇਸ਼ਰ ਪੁੱਤਰ ਪ੍ਰਭੂ ਯਿਸੂ ਮਸੀਹ ਹੈ, ਔਰ ਜਦੋਂ ਮੇਰੇ ਅੰਦਰ ਜਾਂਦਾ ਹੈ, ਮੇਰੀ ਇਸ ਭੂਮੀ ਦੇ ਵਿੱਚ ਜਾਂਦਾ ਹੈ, ਤਾਂ ਮੇਰੇ ਵਿੱਚ ਉਹ ਫਲਵੰਤ ਹੁੰਦਾ ਹੈ। ਉਹ ਮਰ ਗਿਆ, ਮੇਰੇ ਪਾਪਾਂ ਦੇ ਲਈ ਮਰ ਗਿਆ ਅਤੇ ਮੈਨੂੰ ਜੀਵੰਤ ਕਰਨ ਦੇ ਲਈ ਆਪਣਾ ਜੀਵਨ ਦੇ ਗਿਆ ਕਿ ਮੈਂ ਉਸ ਵਿੱਚ ਜੀਵੰਤ ਹੋਵਾਂ, ਵਧਾਂ ਫਲਾਂ, ਅਤੇ ਇਸ ਦੇ ਰਾਹੀਂ ਪਰਮੇਸ਼ਰ ਪੁੱਤਰ ਦੀ ਮਹਿਮਾ ਹੋਵੇ। ਇਸ ਜੀਵਨ ਦੇ, ਇਸ ਵਿੱਚ ਮੈਂ ਜ਼ਿੰਦਾ ਨਹੀਂ, ਹੁਣ ਮੇਰੇ ਵਿੱਚ ਮਸੀਹ, ਮੇਰੇ ਵਿੱਚ ਮਸੀਹ ਦੀ ਮਹਿਮਾ ਅਤੇ ਪ੍ਰਸ਼ੰਸਾ ਹੋਵੇ। ਜ਼ਿਆਦਾਤਰ ਲੋਕ ਅਸੀਂ ਕਿਹੜੀਆਂ ਗੱਲਾਂ ਦੇ ਵਿੱਚ, ਅਸੀਂ ਇਸ ਸਰੀਰ ਦੇ ਵਿੱਚ ਸੰਸਾਰ ਨੂੰ ਲੈ ਕੇ ਵੀ ਚੱਲਦੇ ਹਾਂ, ਸੰਸਾਰਿਕ ਗੱਲਾਂ ਨੂੰ ਵੀ ਲੈ ਕੇ ਚੱਲਦੇ ਹਾਂ।
ਮੈਂ ਇੱਕ ਚੀਜ਼ ਜ਼ਰੂਰ ਕਰਦਾ ਹਾਂ, ਜਦੋਂ ਮੈਂ ਪ੍ਰਭੂ ਯਿਸੂ ਮਸੀਹ ਨੂੰ ਸਵੀਕਾਰ ਕੀਤਾ, ਤਦ ਮੇਰੇ ਜਿਸ ਭਾਈ ਨੇ ਮੈਨੂੰ ਇਹ ਵਚਨ ਦਿੱਤਾ ਸੀ ਸਰਵਪ੍ਰਥਮ, ਔਰ ਜਿਸ ਭਾਈ ਨੇ ਮੈਨੂੰ ਇਸ ਦੇ ਬਾਰੇ ਸਿਖਾਇਆ ਸੀ, ਇਸ ਮੁਕਤੀ ਦੇ ਵਚਨ ਦੇ ਬਾਰੇ, ਉਸਨੇ ਕਿਹਾ ਸੀ ਕਿ ਤੁਹਾਨੂੰ ਆਪਣੇ ਆਪ ਨੂੰ ਦਿਨ ਪ੍ਰਤੀ ਦਿਨ ਜਿਸ ਤਰ੍ਹਾਂ ਬੀਜ ਬੀਜਿਆ ਜਾਂਦਾ, ਉਹ ਹੌਲੀ ਹੌਲੀ ਉੱਪਰ ਆਉਂਦਾ ਤੇ ਉਹ ਇੱਕ ਬੂਟਾ ਬਣਦਾ ਹੈ। ਅੱਜ ਜਿੰਨੇ ਯਿਸੂ ਮਸੀਹ ਦੇ ਵਿੱਚ ਬੋਏ ਗਏ, ਉਹ ਸੰਸਾਰ ਦੇ ਲਈ ਮਰ ਗਏ ਤੇ ਆਤਮਿਕ ਜੀਵ ਪਏ। ਉਸ ਭਾਈ ਨੇ ਮੈਨੂੰ ਸਿਖਾਇਆ ਕਿ ਦਿਨ ਪ੍ਰਤੀ ਦਿਨ ਸੰਸਾਰ ਦੀਆਂ ਅਭਿਲਾਸ਼ਾਂ ਤੇ ਸੰਸਾਰ ਦੀਆਂ ਗੱਲਾਂ ਤੋਂ ਆਪਣੇ ਜੀਵਨ ਨੂੰ ਅਲੱਗ ਕਰਕੇ ਜੀਣਾ ਪਏਗਾ। ਰਹਿਣਾ ਸੰਸਾਰ ਦੇ ਵਿੱਚ ਹੈ, ਪਰ ਸੰਸਾਰ ਦੇ ਸੁਭਾਅ ਅਤੇ ਸੰਸਾਰ ਦੀਆਂ ਗੱਲਾਂ ਅਤੇ ਸੰਸਾਰ ਦੇ ਵਿਚਾਰਾਂ ਨੂੰ ਆਪਣੇ ਵਿੱਚ ਐਕਸੈਪਟ ਨਹੀਂ ਕਰਨਾ, ਕਿਉਂਕਿ ਪਰਮੇਸ਼ਵਰ ਸੰਸਾਰ ਦਾ ਨਹੀਂ, ਸਵਰਗ ਦਾ ਹੈ। ਪ੍ਰਭੂ ਯਿਸੂ ਮਸੀਹ ਸੰਸਾਰ ਦਾ ਨਹੀਂ, ਸਵਰਗ ਦਾ ਹੈ। ਜੋ ਪਰਮੇਸ਼ਵਰ ਦਾ ਆਤਮਾ ਇਸ ਦੁਨੀਆ ਦੇ ਵਿੱਚ ਲਗਾਤਾਰ ਮੇਰੇ ਨਾਲ ਰਹਿੰਦਾ ਹੈ, ਲਗਾਤਾਰ ਇਸ ਬੀਜ ਨੂੰ ਪਨਪਣ ਦੇ ਲਈ, ਇਸ ਬੀਜ ਦੇ ਵਿੱਚ ਵਧਣ ਫੁੱਲਣ ਦੇ ਲਈ ਮੇਰੀ ਮਦਦ ਕਰਦਾ, ਉਹ ਵੀ ਸਵਰਗ ਦਾ ਹੈ, ਉਹ ਸੰਸਾਰ ਦਾ ਨਹੀਂ। ਇਸ ਲਈ ਉਹ ਕਹਿੰਦਾ ਹੈ ਪਰਮੇਸ਼ਰ ਦੇ ਵਚਨ ਦੇ ਵਿੱਚ ਪੌਲਸ, ਅਸੀਂ ਸੰਸਾਰ ਦੇ ਨਹੀਂ, ਅਸੀਂ ਸਵਰਗ ਦੇ ਹਾਂ। ਇਸ ਲਈ ਸਵਰਗ ਦੀਆਂ ਗੱਲਾਂ ਦੇ ਲਈ ਚਿੱਤ ਲਾਓ। ਇਹਦਾ ਮਤਲਬ ਮੇਰੇ ਵਿੱਚ ਜੇ ਬੀਜ ਪਰਮੇਸ਼ਰ ਦਾ ਹੈ ਤਾਂ ਮੈਂ ਪਰਮੇਸ਼ਰ ਦੀਆਂ ਹੀ ਗੱਲਾਂ ਕਰਾਂਗਾ, ਸੰਸਾਰ ਦੀਆਂ ਨਹੀਂ। ਜੇ ਮੇਰੇ ਵਿੱਚ ਬੀਜ ਉਹਦਾ ਹੈ ਤਾਂ ਮੇਰੇ ਵਿੱਚ ਪ੍ਰੇਮ ਵੀ ਹੋਵੇਗਾ, ਮੇਰੇ ਵਿੱਚ ਸ਼ਾਂਤੀ ਵੀ ਹੋਵੇਗੀ, ਮੇਰੇ ਵਿੱਚ ਸੱਚਾਈ ਵੀ ਹੋਵੇਗੀ, ਮੇਰੇ ਵਿੱਚ ਪਰਮੇਸ਼ਵਰ ਦਾ ਆਨੰਦ ਵੀ ਹੋਵੇਗਾ, ਮੇਰੇ ਵਿੱਚ ਪਰਮੇਸ਼ਵਰ ਦੀ ਪਵਿੱਤਰਤਾ, ਜਿਸ ਨੂੰ ਪਰਮੇਸ਼ਵਰ ਹਰ ਇੱਕ ਦੇ ਵਿੱਚ ਚਾਹੁੰਦਾ ਹੈ, ਉਹ ਵੀ ਹੋਵੇਗੀ। ਫਿਰ ਮੈਂ ਉਸ ਤੁਖਮ ਤੋਂ ਪਛਾਣਿਆ ਜਾਵਾਂਗਾ ਜਿਸ ਤੋਂ ਮੈਂ ਪੈਦਾ ਹੋਇਆ। ਕੀ ਅਸੀਂ ਆਪਣੇ ਜੀਵਨ ਦੇ ਵਿੱਚ ਧਿਆਨ ਮਾਰ ਰਹੇ ਹਾਂ ਕਿ ਮੈਂ ਪਰਮੇਸ਼ਵਰ ਤੋਂ ਪੈਦਾ ਹੋਇਆ, ਜਿਸ ਤਰ੍ਹਾਂ ਉਸਨੇ ਕਿਹਾ ਪਤਰਸ ਨੇ ਕਿ ਅਵਿਨਾਸ਼ੀ ਬੀਜ ਤੋਂ ਅਸੀਂ ਪੈਦਾ ਹੋਏ ਹਾਂ। ਜੇ ਪੈਦਾ ਹੋਏ ਆ ਤਾਂ ਅਸੀਂ ਆਪਣੇ ਆਪ ਨੂੰ ਮਾਰਨਾ ਹੈ ਤਾਂ ਕਿ ਅਸੀਂ ਫਲਵੰਤ ਹੋਈਏ। ਜਦ ਤੱਕ ਅਸੀਂ ਕੰਮ ਨਹੀਂ ਕਰਾਂਗੇ ਪਿਆਰੋ, ਸਾਡੇ ਜੀਵਨ ਦੇ ਵਿੱਚ ਕਦੇ ਵੀ ਪ੍ਰਾਗਤੀ ਨਹੀਂ ਹੋਵੇਗੀ, ਕਦੇ ਵੀ ਅਸੀਂ ਅੱਗੇ ਵਧ ਨਹੀਂ, ਸਾਡੇ ਵਿੱਚ ਫਲ ਹੀ ਨਹੀਂ ਨਜ਼ਰ ਆਏਗਾ। ਅਸੀਂ ਰੋਂਦੇ ਅਤੇ ਕਰਲਾਉਂਦੇ ਇਸ ਧਰਤੀ ਦੇ ਵਿੱਚ ਜੀਵਨ ਬਤੀਤ ਕਰਾਂਗੇ। ਸਾਨੂੰ ਪਰਮੇਸ਼ਵਰ ਦੇ ਵਿੱਚ ਹੋ ਕੇ ਜੀਵਨ ਬਤੀਤ ਕਰਨਾ ਹੈ। ਅਗਲੀ ਗੱਲ ਮੈਂ ਜੋ ਇਸ ਦੇ ਨਾਲ ਹੈ ਕਿ ਪਹਿਲਾ ਬੀਜ ਪਰਮੇਸ਼ਵਰ ਹੈ, ਦੂਸਰਾ ਬੀਜ ਮੇਰੇ ਵਿੱਚ ਹੈ ਜਾਂ ਨਹੀਂ। ਜੇ ਮੇਰੇ ਵਿੱਚ ਉਹ ਬੀਜ ਆਣਾ ਹੈ ਤਾਂ ਉਸ ਦੇ ਲਈ ਮੈਨੂੰ ਤੌਬਾ ਕਰਨੀ ਪਏਗੀ। ਤੌਬਾ ਕੀ ਹੈ? ਮੈਂ ਪਹਿਲਾਂ ਵੀ ਅੱਗੇ ਕਹੀ ਆਪਣੇ ਇਸ ਖੰਡ ਦੇ ਵਿੱਚ, ਇਸ ਵੇਲੇ ਜਿਹੜਾ ਸਾਡਾ ਇਹ ਖੰਡ ਜਾ ਰਿਹਾ ਹੈ, ਇਹ 498 ਜਾ ਰਿਹਾ ਹੈ। ਉਹ ਤੋਂ ਪਹਿਲਾਂ ਮੈਂ ਕਈਆਂ ਦੇ ਵਿੱਚ ਦੱਸਦਾ ਤੌਬਾ। ਫਿਰ ਵੀ ਮੈਂ ਇਹ ਦੱਸ ਦਿਆਂ, ਤੌਬਾ ਇਹ ਹੈ ਪਰਮੇਸ਼ਵਰ ਦਾ ਬੀਜ। ਪ੍ਰਭੂ ਮੈਂ ਪਾਪੀ ਹਾਂ, ਤੂੰ ਮੇਰੇ ਪਾਪੀ ਦੇ ਲਈ ਮਾਰਿਆ ਗਿਆ, ਮੇਰੇ ਪਾਪੀ ਦੇ ਲਈ ਦਫਨ ਕੀਤਾ ਗਿਆ ਅਤੇ ਮੇਰੇ ਪਾਪੀ ਦੇ ਲਈ ਤੀਸਰੇ ਦਿਨ ਜੀ ਉੱਠਿਆ, ਮੈਨੂੰ ਹਮੇਸ਼ਾ ਦੇ ਲਈ ਜੀਵੰਤ ਕਰਨ ਦੇ ਲਈ ਕਿ ਮੈਂ ਤੇਰੇ ਨਾਲ ਸਵਰਗ ਦੇ ਵਿੱਚ ਰਾਜ ਕਰਾਂ। ਮੈਂ ਇਸ ਗੱਲ ਨੂੰ ਸਵੀਕਾਰ ਕਰਦਾ ਅਤੇ ਮੈਂ ਮੰਨਦਾ, ਹੁਣ ਮੈਂ ਆਪਣੇ ਆਪ ਦਾ ਨਹੀਂ, ਹੁਣ ਮੈਂ ਤੇਰਾ ਹਾਂ। ਮੈਂ ਤੇਰੀ ਇੱਛਾ ਦੇ ਅਨੁਸਾਰ ਜੀਵਨ ਬਤੀਤ ਕਰਨਾ ਚਾਹੁੰਦਾ। ਮੰਗਦਾ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ। ਪਰਮੇਸ਼ਰ ਦਾ ਬੀਜ ਮੇਰੇ ਵਿੱਚ ਆ ਜਾਂਦਾ ਹੈ ਅਤੇ ਉਹ ਬੀਜ ਦੇ ਵਿੱਚ ਮੈਂ ਪਾਪ ਦੇ ਲਈ ਮਰ ਗਿਆ ਅਤੇ ਮਸੀਹ ਦੇ ਵਿੱਚ ਮਸੀਹੀ ਜੀਵਨ ਦੇ ਲਈ, ਪਵਿੱਤਰਤਾ ਦੇ ਲਈ, ਸੱਚਾਈ ਦੇ ਲਈ, ਸ਼ਾਂਤੀ ਦੇ ਲਈ ਮੈਂ ਜੀ ਉੱਠਿਆ, ਉਹਦੇ ਵਿੱਚ ਜੀਣਾ। ਪਰ ਪੌਲਸ ਮੈਨੂੰ ਇੱਕ ਗੱਲ ਕਹਿੰਦਾ ਹੈ, ਜਦੋਂ ਮੈਂ ਫਿਲਿੱਪੀਆਂ ਦੀ ਪੁਸਤਕ ਉਸ ਦਾ 2 ਅਧਿਆਇ ਉਸ ਦੀ 12 ਆਇਤ ਨੂੰ ਪੜ੍ਹਦਾ ਹਾਂ ਤਾਂ ਇੱਥੇ ਲਿਖਿਆ ਹੋਇਆ ਹੈ 2 ਦੀ 12 ਕਹਿੰਦਾ, ਇਸ ਲਈ ਹੇ ਪਿਆਰਿਓ,
ਜਿਵੇਂ ਤੁਸਾਂ ਸਦਾ ਆਗਿਆਕਾਰੀ ਕੀਤੀ, ਨੇਰਾ ਮੇਰੇ ਹੁੰਦਿਆਂ ਨਹੀਂ, ਸਗੋਂ ਹੁਣ ਬਹੁਤ ਵਧੇਕ ਮੇਰੇ ਪਰੋਖੇ ਹੁੰਦਿਆਂ ਹੋਏ ਵੀ ਡਰਦੇ ਅਤੇ ਕੰਬਦੇ ਹੋਏ ਆਪਣੀ ਮੁਕਤੀ ਦੇ ਕੰਮ ਨੂੰ ਨਿਭਾਓ। ਜੇ ਮੇਰੇ ਵਿੱਚ ਪਰਮੇਸ਼ਰ ਦਾ ਬੀਜ ਹੈ ਤਾਂ ਮੈਂ ਇਹਨੂੰ ਫਲਾਉਣਾ ਕਿੱਦਾਂ ਫਲਾਉਂਗਾ? ਬਾਈਬਲ ਦੇ ਵਿੱਚ ਲਿਖਿਆ, ਤੂੰ ਬਚ ਅਤੇ ਤੇਰਾ ਘਰਾਨਾ ਵੀ ਬਚਾਇਆ ਜਾਵੇਗਾ। ਜੇ ਮੈਂ ਬਚ ਗਿਆ, ਮੇਰਾ ਘਰਾਨਾ, ਤਾਂ ਅਸੀਂ ਵੱਧ ਰਹੇ ਹਾਂ, ਘੱਟ ਨਹੀਂ ਰਹੇ। ਇਹਦਾ ਮਤਲਬ ਮੈਂ ਉਸ ਜਗ੍ਹਾ ਦੇ ਉੱਤੇ ਜਾਣਾ ਹੈ ਜਿਹੜੀ ਬੰਜਰ ਜ਼ਮੀਨ ਪਈ ਹੈ, ਜਿਸ ਦੇ ਵਿੱਚ ਪਾਣੀ ਨਹੀਂ ਹੈ, ਜਿਹੜੀ ਸੁੱਕੀ ਪਈ ਹੈ, ਜਿਸ ਦੇ ਵਿੱਚ ਕੋਈ ਆਪਣਾ ਫਲ ਨਹੀਂ ਆ ਸਕਦਾ ਅਜਿਹੀ। ਕਿਉਂਕਿ ਮੈਂ ਵੀ ਬੰਜਰ ਭੂਮੀ ਸੀ, ਮੇਰੇ ਵਿੱਚ ਵੀ ਕਿਸੇ ਨੇ ਆ ਕੇ ਉਹ ਯਿਸੂ ਮਸੀਹ ਦਾ ਬੀਜ ਪਾਇਆ ਤਾਂ ਮੈਂ ਫਲਵੰਤ ਹੋਇਆ। ਯਸ਼ਾਇਆ ਇਹੀ ਤਾਂ ਕਹਿੰਦਾ ਹੈ 53 ਅਧਿਆਇ ਦੇ ਵਿੱਚ, ਉਹ ਬੰਜਰ ਭੂਮੀ ਦੇ ਵਿੱਚ ਫੱਟ ਨਿਕਲਿਆ। ਇਹਦਾ ਮਤਲਬ ਬੰਜਰ ਭੂਮੀ ਉਹ ਦੂਸਰਾ ਇੱਕ ਰੂਪ ਆ ਜਾਂਦਾ ਹੈ, ਉਹ ਰੂਪ ਆ ਜਾਂਦਾ ਹੈ ਕੁਆਰੀ ਤੋਂ। ਪਰ ਇੱਥੇ ਬੰਜਰ ਭੂਮੀ ਜਿਹੜੀ ਮੈਂ ਗੱਲ ਕਰ ਰਿਹਾ ਹਾਂ, ਜਿਹੜੀ ਸੁੱਕੀ ਆ, ਉਹ ਹੈ ਪਾਪ ਦੀ ਜ਼ਮੀਨ, ਜਿਹਦੇ ਵਿੱਚ ਅਸੀਂ ਜਾ ਕੇ ਪਰਮੇਸ਼ਰ ਪੁੱਤਰ ਪ੍ਰਭੂ ਯਿਸੂ ਮਸੀਹ ਦਾ ਹਲ ਬਾਉਂਦੇ ਹਾਂ ਅਤੇ ਉਸ ਦੇ ਵਿੱਚ ਬੀਜ ਪਾਉਂਦੇ ਹਾਂ। ਤਾਂ ਪੌਲਸ ਰਸੂਲ 3 ਅਧਿਆਇ ਦੇ ਵਿੱਚ ਇੱਕ ਗੱਲ ਕਹਿੰਦਾ ਹੈ, ਬੜੇ ਧਿਆਨ ਨਾਲ ਉਸ ਨੂੰ ਸੁਣਨਾ ਹੈ। 3 ਅਧਿਆਇ ਪਹਿਲਾ ਕੁਰਿੰਥੀਆਂ ਉਸ ਦਾ 3 ਅਧਿਆਇ, ਉਸ ਦੀ ਮੈਂ ਆਪ ਦੇ ਲਈ 6 ਅਤੇ 7 ਆਇਤ। ਮੈਂ ਤਾਂ ਬੂਟਾ ਲਾਇਆ, ਮੈਂ ਬੀਜ ਦਿੱਤਾ, ਮੈਂ ਤਾਂ ਬੂਟਾ ਲਾਇਆ ਅਤੇ ਅਪੋਲੋਸ ਨੇ ਸਿੰਜਿਆ ਅਤੇ ਪਰਮੇਸ਼ਰ ਨੇ ਵਧਾਇਆ। ਵਧਾਉਣ ਵਾਲਾ ਪਰਮੇਸ਼ਰ ਹੈ, ਅਸੀਂ ਬੀਜ ਬੋਣਾ ਹੈ ਅਤੇ ਉਹਨੂੰ ਸਿੰਜਣਾ, ਮਤਲਬ ਕਿ ਉਹਨੂੰ ਸਿੱਖਿਆ ਦੇਣੀ ਹੈ। ਵਧਾਉਣਾ ਕੰਮ ਪਰਮੇਸ਼ਰ ਦਾ। ਜੇ ਤੁਸੀਂ ਸੱਚੇ ਤਰੀਕੇ ਦੇ ਨਾਲ, ਸੱਚੇ ਮਨ ਦੇ ਨਾਲ ਪਰਮੇਸ਼ਰ ਨੂੰ ਸਵੀਕਾਰ ਕੀਤਾ ਹੈ, ਆਪਣੇ ਦਿਲ ਨੂੰ ਬਦਲ ਲਿਆ ਹੈ, ਤਾਂ ਪਰਮੇਸ਼ਰ ਤੁਹਾਨੂੰ ਵਧਾਵੇਗਾ, ਯਕੀਨਨ ਵਧਾਵੇਗਾ, ਔਰ ਤੁਸੀਂ ਪਰਮੇਸ਼ਰ ਦਾ ਫਲ ਆਪਣੇ ਜੀਵਨ ਵਿੱਚ ਦੇਖੋਗੇ। ਲੋਕ ਸੱਚਮੁੱਚ ਤੁਹਾਡੇ ਜੀਵਨ ਨੂੰ ਦੇਖ ਕੇ ਕਹਿਣਗੇ, ਇਹ ਜੀਵਨ ਬਦਲ ਗਿਆ ਹੈ, ਇਹ ਸੱਚਮੁੱਚ ਜੀਵਨ ਬਦਲ ਗਿਆ ਹੈ। ਜਿਸ ਤਰ੍ਹਾਂ ਅੰਤਾਕਿਆ ਦੀ ਕਲੀਸਿਆ ਦੇ ਲੋਕਾਂ ਨੇ ਆਪਣੇ ਵਿੱਚ ਉਸ ਬੀਜ ਨੂੰ ਲਿਆ, ਉਹਨਾਂ ਨੇ ਕੰਮ ਕੀਤਾ ਅਤੇ ਉਹ ਪਰਮੇਸ਼ਰ ਪੁੱਤਰ ਦੇ ਸੁਭਾਅ ਵਿੱਚ ਅੱਗੇ ਵਧੇ ਤੇ ਲੋਕਾਂ ਨੇ ਕਿਹਾ, ਇਹ ਮਸੀਹੀ ਹੈ। ਯੂ ਆਰ ਇਨ ਕ੍ਰਾਈਸਟ, ਕਿ ਤੁਸੀਂ ਮਸੀਹ ਵਿੱਚ ਹੋ। ਜੇ ਮਸੀਹ ਵਿੱਚ ਹੋ ਤਾਂ ਮਸੀਹ ਵਿੱਚ ਤੁਹਾਡਾ ਰੂਪ ਬਦਲਣਾ ਅਤੇ ਫੈਲਣਾ ਚਾਹੀਦਾ ਹੈ। ਸਰਵਪ੍ਰਥਮ ਬੀਜ ਪਰਮੇਸ਼ਰ ਦਾ ਵਚਨ ਹੈ। ਉਹ ਬੀਜ ਮੇਰੇ ਅੰਦਰ ਸੱਚਮੁੱਚ ਨਵਾਂ ਜਨਮ ਲੈ ਕੇ ਆਇਆ ਹੈ ਜਾਂ ਨਹੀਂ, ਇਹ ਤੁਸੀਂ ਦੇਖਣਾ ਹੈ। ਉਸ ਬੀਜ ਦੇ ਵਿੱਚ ਅੱਗੇ ਵਧਣਾ ਤੇ ਫੈਲਣਾ ਹੈ। ਕਿਸ ਤਰ੍ਹਾਂ ਅੰਗੂਰ ਦੀ ਬੇਲ ਦੀ ਤਰ੍ਹਾਂ। ਅੰਗੂਰ ਦੇ ਬੇਲ ਦੇ ਗੁੱਛੇ ਜਿਹੜੇ ਥੱਲੇ ਲੱਗੇ ਹੁੰਦੇ ਆ ਔਰ ਉਹ ਝੁਕੇ ਹੁੰਦੇ ਆ। ਇਹਦਾ ਮਤਲਬ ਤੁਹਾਡੇ ਵਿੱਚ ਆਕੜ ਨਹੀਂ ਹੋਣੀ ਚਾਹੀਦੀ ਹੈ, ਤੁਹਾਡੇ ਵਿੱਚ ਢੀਠਪਣਾ ਨਹੀਂ ਹੋਣਾ ਚਾਹੀਦਾ, ਤੁਹਾਡੇ ਵਿੱਚ ਨਫ਼ਰਤ ਨਹੀਂ ਹੋਣੀ ਚਾਹੀਦੀ ਹੈ, ਤੁਹਾਡੇ ਵਿੱਚ ਕ੍ਰੋਧ ਨਹੀਂ ਹੋਣਾ ਚਾਹੀਦਾ। ਤੁਹਾਡੇ ਵਿੱਚ ਕੀ ਹੋਣਾ ਚਾਹੀਦਾ? ਇਸ ਦੇ ਵਿਪਰੀਤ ਪ੍ਰਭੂ ਯਿਸੂ ਮਸੀਹ ਦਾ ਸੁਭਾਅ ਪਵਿੱਤਰ ਹੈ, प्रेम वाला है, शांति वाला है, आनंद वाला है, धीरज वाला है, दया वाला है, दयालगी वाला है, संयम वाला है। ਇਹ ਸੁਭਾਅ ਆਪਣੇ ਉਸ ਬੀਜ ਦੇ ਨਾਲ ਲੈ ਕੇ ਤਦ ਤੁਸੀਂ ਵਧਦੇ ਅਤੇ ਫੁੱਲਦੇ ਜਾਓਗੇ, ਫੈਲਣਦੇ ਜਾਓਗੇ ਔਰ ਤੁਹਾਡੇ ਵਿੱਚ ਫਲ ਆਉਣਗੇ ਔਰ ਉਸ ਫਲ ਨੂੰ ਦੇਖ ਕੇ ਹਰ ਇੱਕ ਤੁਹਾਡੇ ਵਿੱਚ ਉਸ ਬੀਜ ਦੀ ਪ੍ਰਸ਼ੰਸਾ ਕਰੇਗਾ ਜਿਹੜਾ ਪਰਮੇਸ਼ਰ ਦੀ ਵੱਲੋਂ ਉਸ ਦੇ ਪੁੱਤਰ ਦੇ ਰਾਹੀਂ ਸਾਡੇ ਵਿੱਚ ਆਇਆ ਹੈ। ਅੰਤਿਮ ਗੱਲ ਦੇ ਵੱਲ ਮੈਂ ਜਾਵਾਂਗਾ। ਜੇ ਤੁਸੀਂ ਉਸ ਬੀਜ ਦੇ ਵਿੱਚ ਹੋ, ਉਹ ਕੰਮ ਨਹੀਂ ਕਰਦੇ, ਤਾਂ ਅੰਤਿਮ ਗੱਲ ਮੈਂ ਆਪ ਨੂੰ ਕਹਿ ਕੇ ਸਮਾਪਤ ਕਰਾਂਗਾ। ਗਲਾਤੀਆਂ ਦੀ ਪੁਸਤਕ 6 ਅਧਿਆਏ ਉਸ ਦੀ 6 ਅਤੇ 7 ਆਇਤ ਨੂੰ ਮੈਂ ਆਪ ਦੇ ਲਈ ਪੜ੍ਹ ਰਿਹਾ। 7 ਤੇ 9 ਇੱਥੇ ਲਿਖਿਆ ਹੈ,
7 ਤੋਂ ਪੜ੍ਹ ਰਿਹਾ ਧਿਆਨ ਨਾਲ। ਕਹਿੰਦਾ ਹੈ ਜੇ ਬੀਜ ਮੇਰੇ ਵਿੱਚ ਹੈ, ਮੈਂ ਉਸ ਬੀਜ ਦਾ ਸਹੀ ਸਦਉਪਯੋਗ ਨਹੀਂ ਕਰ ਰਿਹਾ, ਸਹੀ ਯੂਜ਼ ਨਹੀਂ ਕਰ ਰਿਹਾ, ਤਾਂ ਕੀ ਕਹਿ ਰਿਹਾ ਹੈ, ਤੁਸੀਂ ਧੋਖਾ ਨਾ ਖਾਓ, ਪਰਮੇਸ਼ਰ ਠੱਠਿਆਂ ਵਿੱਚ ਨਹੀਂ ਉਡਾਈਦਾ। ਕਿਉਂਕਿ ਮਨੁੱਖ ਜੋ ਕੁਝ ਬੀਜਦਾ ਹੈ ਸੋਈ ਵੱਢੇਗਾ ਵੀ। ਪਰਮੇਸ਼ਰ ਨੇ ਤਾਂ ਮੇਰੇ ਵਿੱਚ ਚੰਗਾ ਬੀਜ ਬੀਜਿਆ। ਜੇ ਤੁਸੀਂ ਸੰਸਾਰ ਦੇ ਵਿੱਚ ਗਲਤ ਕਰ ਰਹੇ ਹੋ, ਸੰਸਾਰਿਕ ਗੱਲਾਂ ਦੇ ਵਿੱਚ ਜਾ ਰਹੇ ਹੋ, ਸੰਸਾਰ ਦੇ ਵਿੱਚ ਹੋ ਕੇ ਮਸੀਹ ਲੋਕਾਂ ਦੇ ਨਾਲ ਮਸੀਹ ਦੇ ਵਿੱਚ ਝੂਠ ਬੋਲ ਰਹੇ ਹੋ, ਤਾਂ ਤੁਸੀਂ ਧੋਖਾ ਕਰ ਰਹੇ ਹੋ ਆਪਣੇ ਆਪ ਦੇ ਵਿੱਚ। ਇਸ ਕਰਕੇ ਇੱਥੇ ਪੌਲਸ ਕਹਿ ਰਿਹਾ, ਕੀ ਕਹਿ ਰਿਹਾ, ਧੋਖਾ ਨਾ ਖਾਓ, ਪਰਮੇਸ਼ਰ ਠੱਠਿਆਂ ਵਿੱਚ ਨਹੀਂ ਉਡਾਈਦਾ। ਜਦੋਂ ਮੈਂ ਕਿਸੇ ਗੱਲ ਦੇ ਲਈ ਸੱਚ ਬੋਲਦੇ ਹੋ, ਸੱਚ ਬੋਲਣ ਦੇ ਨਾਲ ਕੋਈ ਗੁਰੇਜ਼ ਨਹੀਂ ਹੈ। ਜਦੋਂ ਬਹਾਨੇਬਾਜ਼ੀ ਸ਼ੁਰੂ ਹੋ ਜਾਂਦੀ ਹੈ, ਜਦੋਂ ਅਸੀਂ ਆਪਣੇ ਜੀਵਨ ਨੂੰ ਬਚਾਉਣ ਦੇ ਲਈ, ਦੂਸਰੇ ਬੰਦੇ ਦੇ ਵਿੱਚ ਆਪਣਾ ਰੈਪੂਟੇਸ਼ਨ ਬਣਾਉਣ ਦੇ ਲਈ ਝੂਠ ਅਤੇ ਹੋਰ ਕਈ ਗੱਲਾਂ ਗਾੜਨੀਆਂ ਸ਼ੁਰੂ ਕਰ ਦਿੰਦੇ ਹਾਂ, ਤਾਂ ਅਸੀਂ ਧੋਖਾ ਦਿੰਦੇ। ਕਿਉਂਕਿ ਮੇਰੇ ਵਿੱਚ ਪਰਮੇਸ਼ਰ ਦਾ ਬੀਜ, ਔਰ ਪਰਮੇਸ਼ਰ ਦਾ ਬੀਜ ਹੁੰਦੇ ਹੋਏ ਅਸੀਂ ਗਲਤ ਕਰ ਰਹੇ ਹਾਂ, ਤਾਂ ਪਿਆਰੋ ਇਸ ਦਾ ਦੰਡ ਹੈ। ਇਸ ਲਈ ਕਹਿੰਦਾ ਠੱਠੇ ਵਿੱਚ ਨਹੀਂ ਉਡਾਈਦਾ, ਕਿਉਂਕਿ ਮਨੁੱਖ ਜੋ ਕੁਝ ਬੀਜਦਾ ਸੋਈ ਵੱਢੇਗਾ ਵੀ। ਅੱਗੇ ਕਹਿੰਦਾ ਹੈ ਜਿਹੜਾ ਆਪਣੇ ਸਰੀਰ ਲਈ ਬੀਜਦਾ ਹੈ ਸਰੀਰੋਂ ਵਿਨਾਸ਼ ਨੂੰ ਵੱਢੇਗਾ, ਅਤੇ ਜਿਹੜਾ ਆਤਮਾ ਲਈ ਬੀਜਦਾ ਹੈ ਉਹ ਆਤਮਾ ਤੋਂ ਸਦੀਪਕ ਜਿਉਣ ਨੂੰ। ਫੈਸਲਾ ਹੁਣ ਆਪ ਦਾ ਹੈ ਕਿ ਮੇਰੇ ਵਿੱਚ ਪਰਮੇਸ਼ਰ ਦਾ ਬੀਜ ਹੈ। ਜੇ ਮੇਰੇ ਵਿੱਚ ਪਰਮੇਸ਼ਰ ਦਾ ਬੀਜ ਹੈ ਤਾਂ ਮੈਂ ਉਸ ਦੇ ਅਨੁਸਾਰ ਚੱਲ ਰਿਹਾ ਹਾਂ, ਮੈਂ ਉਸ ਦੇ ਅਨੁਸਾਰ ਫੈਲਣ ਵਾਲਾ ਕੰਮ ਕਰ ਰਿਹਾ। ਬਾਈਬਲ ਦੇ ਵਿੱਚ ਫੈਲਣ ਵਾਲਾ ਕੰਮ ਕੀ ਹੈ? ਜਾਓ, ਜਾ ਕੇ ਸਰਬੱਤ ਸ੍ਰਿਸ਼ਟੀ ਦੇ ਵਿੱਚ ਮੇਰੀ ਖੁਸ਼ਖਬਰੀ ਦਾ ਪ੍ਰਚਾਰ ਕਰੋ। ਅਸੀਂ ਸੋਚਦੇ ਹਾਂ ਇਸ ਸਮੇਂ ਜਿਹੜਾ ਸਮਾਂ ਹੈ ਬੜਾ ਕੀ ਕਹਿੰਦੇ ਮਹਾਮਾਰੀ ਦੇ ਵਿੱਚ ਕ੍ਰਿਟੀਕਲ ਆ, ਅਸੀਂ ਬਾਹਰ ਨਹੀਂ ਜਾ, ਪਰ ਤੁਹਾਡੇ ਸੱਜਣ ਮਿੱਤਰਾਂ ਕੋਲ ਫੋਨ ਹੈ, ਉਸ ਦੇ ਰਾਹੀਂ ਤੁਸੀਂ ਵਚਨ ਨੂੰ ਫੈਲਾਓ। ਉਸ ਦੇ ਰਾਹੀਂ ਜੇ ਇਹ ਵਚਨ ਤੁਸੀਂ ਉਹਨਾਂ ਕੋਲ ਦਓਗੇ ਤਾਂ ਹੋ ਸਕਦਾ ਉਹਨਾਂ ਦਾ ਤੁਹਾਡੇ ਵਿੱਚ, ਉਸ ਪਰਮੇਸ਼ਰ ਦੇ ਵਿੱਚ, ਉਹਨਾਂ ਦੇ ਅੰਦਰ ਪਰਮੇਸ਼ਰ ਦਾ ਬੀਜ ਜਾ ਕੇ ਉਹਨਾਂ ਨੂੰ ਫਲਵੰਤ ਕਰੇ। ਹੋ ਸਕਦਾ ਬਚ ਜਾਣ। ਬਚਾਉਣਾ ਮੇਰਾ ਕੰਮ ਨਹੀਂ, ਪਰਮੇਸ਼ਰ ਦਾ। ਸਾਡਾ ਕੰਮ ਹੈ ਪਰਮੇਸ਼ਰ ਦਾ ਬੀਜ ਬੋਲਣਾ। ਅਸੀਂ ਜੇ ਸਹੀ ਰੀਤੀ ਨਾਲ ਬੀਜ ਰਹੇ ਹਾਂ ਤਾਂ ਅਸੀਂ ਫਲ ਉਹਦਾ ਪ੍ਰਾਪਤ ਕਰਾਂਗੇ, ਔਰ ਸਮੇਂ ਦੇ ਅਨੁਸਾਰ ਪਰਮੇਸ਼ਰ ਉਸ ਦਾ ਫਲ ਮੇਰੇ ਅਤੇ ਆਪ ਦੇ ਜੀਵਨ ਦੇ ਵਿੱਚ ਦੇਗਾ, ਔਰ ਉਹ ਜੀਵਨ ਉਸ ਦੇ ਰਾਜ ਸਿੰਘਾਸਨ ਦੇ ਸੱਜੇ ਹੱਥ ਵਿਰਾਜਮਾਨ ਹੋਣ ਦਾ ਅਤੇ ਉਸ ਦੇ ਕੋਲੋਂ ਰਿਵਾਰਡ ਪ੍ਰਾਪਤ ਕਰਨ ਦਾ ਹੈ। ਪ੍ਰਭੂ ਆਪ ਨੂੰ ਉਸ ਦੇ ਵਚਨ ਦੇ ਬੀਜ ਨੂੰ ਆਪਣੇ ਵਿੱਚ ਸਹੀ ਤਰੀਕੇ ਦੇ ਨਾਲ ਬੋ ਕੇ ਫੈਲਣ ਦੇ ਲਈ ਆਪ ਦੀ ਮਦਦ ਕਰੇ। ਪ੍ਰਭੂ ਆਪ ਨੂੰ ਇਸ ਵਚਨ ਦੇ ਨਾਲ ਮਦਦ ਕਰੇ। ਕੱਲ ਅਸੀਂ ਦੂਸਰੇ ਵਚਨ ਦੇ ਨਾਲ ਆਪ ਦੇ ਨਾਲ ਰੂਬਰੂ ਹੋਵਾਂਗੇ। ਤਦ ਤੱਕ ਦੇ ਲਈ ਪ੍ਰਭੂ ਸਾਡੇ ਸਭਨਾਂ ਦੇ ਨਾਲ ਹੋਵੇ। ਜੈ ਮਸੀਹ ਦੀ। ਮਾਰਾਨਾਥਾ।